ਗੁਰਬਾਣੀ ਗੁਰਬਾਣੀ ਤੇ ਬਾਣੀ 'ਚ ਕੋਈ ਫਰਕ ਹੈ ਤਾਂ ਅਸੀਂ ਕਹਾਂਗੇ ਜੀ ਨਹੀਂ, ਜਿਹੜੀ ਗੁਰੂਆਂ ਦੇ ਮੂੰਹ 'ਚੋਂ ਨਿਕਲੀ ਤਾਂ ਗੁਰੂ ਤਾਂ ਛੇਆਂ ਦੇ ਮੂੰਹ 'ਚੋਂ ਨਿਕਲੀ ਹੈ। ਜਿਹੜੇ 30 ਹੋਰ ਹੈ ਨਾਲ ਸੰਤ, ਉਹਨਾਂ ਦੀ ਬੋਲੀ ਗੁਰਬਾਣੀ ਨਹੀਂ। ਤਾਂ ਰਵਾਨਾ ਇਹੀ ਹੈ ਵੀ ਨਹੀਂ, ਸਾਰਿਆਂ ਦੀ ਬੋਲੀ ਹੋਈ ਗੁਰਬਾਣੀ ਹੈ। ਜਿੰਨਿਆਂ ਸੰਤਾਂ ਨੇ ਬੋਲੇ ਹੈ ਉਹ ਸਾਰਿਆਂ ਦਾ ਰਲ ਕੇ ਇਹ ਗੁਰੂ ਗ੍ਰੰਥ ਬਣ ਗਿਆ। ਇਹਦਾ ਨਾਂ ਗੁਰਬਾਣੀ। ਇਹ ਬਾਣੀ ਕੀ ਹੈ ਕਿ ਮੈਨੂੰ ਕੋਈ ਨਾ ਕੋਈ ਜੀਵਨ ਦਾ ਗੁਰ ਮਿਲਦਾ ਇਹਦੇ ਚੋਂ। ਤਾਂ ਅਸੀਂ ਵਿਚਾਰੋ ਵੀ ਕੀ ਗੁਰ ਮਿਲਿਆ ਅੱਜ ਤਾਈਂ। ਕੰਮ ਧੰਦਾ ਕਰਦੇ ਵੇ ਆਦਮੀ ਇਹ ਪੁੱਛਦੇ ਆ ਵੀ ਲਗਾਤਾਰ ਜੀ ਮੈਨੂੰ ਕਿਰਤੀ ਬੋਲਦਾ ਕੰਮ ਮਿਲਦਾ ਰਿਹਾ, ਉਹਦੇ ਨਾਲ ਮੈਂ ਇੰਨੇ ਪੈਸੇ ਤਾਂ ਦੁਕਾਨਦਾਰ ਦੇ ਲਾਤੇ, ਇੰਨੇ ਪੈਸੇ ਬਚਤ 'ਚ ਮੇਰੀ ਜੇਬ 'ਚ ਵੀ ਆ, ਕਿਤੇ ਲੋੜ ਪੀੜ ਕਵੇਲ ਉਹਨੇ ਹਿਸਾਬ ਕਿਤਾਬ ਲਾਇਆ ਤਾਂ ਠੀਕ ਹੈ, ਕਿਉਂਕਿ ਹੱਕ ਹੈ। ਡਾਕਟਰ ਦੇ ਗਿਆ ਵੀ ਤੈਨੂੰ ਇੰਨੇ ਦਿਨ ਹੋ ਗਏ ਹਸਪਤਾਲ ਪਏ ਨੂੰ, ਉਹ ਵੀ ਬੋਲਦਾ ਕਿ ਮੈਨੂੰ ਕਾਫੀ ਫਾਇਦਾ ਹੈ, ਪਹਿਲਾਂ ਤਾਂ ਮੈਥੋਂ ਪਏ ਨਹੀਂ ਸੀ ਹੁੰਦਾ, ਹੁਣ ਮੈਂ ਰਮਾਨ ਨਾਲ ਪੈ ਵੀ ਜਾਣਾ, ਪਾਸਾ ਵੀ ਲੈ ਲੈਣਾ, ਉੱਠ ਕੇ ਪਿਸ਼ਾਬ ਵੀ ਕਰ ਆਉਣਾ, ਮੈਨੂੰ ਫਾਇਦਾ ਹੈ, ਤਾਂ ਮੈਂ ਦਵਾਈ ਲੈਣਾ। ਮਤਲਬ ਕੋਈ ਵੀ ਕਰਤੱਵ ਕਰਨ ਵਾਲਾ ਆਪਣਾ ਵਿਚਾਰ ਵਟਾਂਦਰਾ ਕਰਦਾ ਹੈ। ਤਾਂ ਮੰਤਤਾ ਇਹ ਹੈ ਵੀ ਜਿਹੜੇ ਗੁਰਬਾਣੀ ਪੜ੍ਹਦੇ ਆ ਜਾਂ ਸੁਣਦੇ ਆ, ਤੁਸੀਂ ਵੀ ਵਿਚਾਰ ਕੀਤਾ ਵੀ ਸਾਨੂੰ ਕੀ ਲਾਭ ਹੋਇਆ, ਕੀ ਟਿਕਾਓ ਹੋਇਆ ਕਿ ਨਹੀਂ ਹੋਇਆ, ਕਿ ਕੀ ਉਪਲਬਧ ਹੈ। ਤੁਸੀਂ ਨਹੀਂ ਵਿਚਾਰ ਕਰਨਾ ਵੀ ਮੈਨੂੰ 5 ਸਾਲ ਹੋ ਗਏ, ਮੈਨੂੰ 10 ਸਾਲ ਹੋ ਗਏ, ਵੀ ਮੈਨੂੰ ਤਾਂ ਜੀ ਉਹਦੇ ਨਾਲ ਬਹੁਤ ਫਾਇਦਾ। ਕੀ ਫਾਇਦਾ? ਅੱਗੇ ਜੀ ਮਾੜਾ ਜਿਹਾ ਕੋਈ ਮੇਰੇ ਵੱਲ ਝਾਕਦਾ, ਮੈਂ ਗਰਮ ਹੋ ਕੇ ਬੋਲਦਾ। ਹੁਣ ਕੋਈ ਮੰਦਾ ਬੋਲ ਵੀ ਬੋਲ ਜੇ ਮੈਨੂੰ ਤਕਲੀਫ ਨਹੀਂ ਆਉਂਦੀ। ਤਾਂ ਕਿਉਂ? ਇਹ ਗੁਰਬਾਣੀ ਦੀ ਕਿਰਪਾ ਹੋ ਗਈ ਮੇਰੇ ਤੇ, ਕੋਈ ਗੁਰ ਮਿਲਿਆ। ਤੇ ਜੇ ਗੁਰਬਾਣੀ ਪੜ੍ਹ ਕੇ ਅਭਿਮਾਨ ਹੀ ਵਧਾਉਣਾ ਤਾਂ ਫਿਰ ਇਹਦਾ ਫਾਇਦਾ ਕਿ? ਅਭਿਮਾਨ ਤਾਂ ਪਹਿਲਾਂ ਦੁਨੀਆ 'ਚ ਬਥੇਰਾ। ਸ਼ਾਂਤੀ ਹੋਣੀ ਚਾਹੀਏ ਵੀ ਭਾਈ, ਜਦੋਂ ਦਾ ਇਹ ਗੁਰਬਾਣੀ ਦੇ ਲੜ ਲੱਗਿਆ ਉਦੋਂ ਦਾ ਇਹਦੇ 'ਚ ਬਦਲਾਓ ਆਇਆ। ਬਦਲਾਓ ਆਉਣ ਦੇ ਨਾਲ ਵਿਹਾਰ 'ਚ ਬਦਲਾਓ ਆ ਗਿਆ। ਨਾ ਕਿਸੇ ਨਾਲ ਠੱਗਦਾ, ਨਾ ਕਿਸੇ ਤੋਂ ਠੱਗੀ ਖਾਂਦਾ। ਇਹ ਬਾਣੀ ਦੇ ਲਾਭ ਹੈ। ਤੇ ਜੇ ਅਸੀਂ ਦੂਜਾ ਸਮਝੋ ਵੀ ਉਵੇਂ ਅਭਿਮਾਨ ਲੈ ਕੇ ਤੁਰੇ ਫਿਰਦੇ ਆ ਤਾਂ ਕੋਈ ਫਾਇਦਾ ਨਹੀਂਗਾ। ਗੁਰੂਆਂ ਨੇ ਕਿਹਾ ਕਿ ਪ੍ਰਾਣੀ ਹਰ ਜਪ ਜਨਮ ਗਇਓ। ਇਹ ਵੀ ਵਿਚਾਰ ਕਰਨੀ ਚਾਹੀਦੀ ਹੈ ਵੀ 60 ਸਾਲ ਨੂੰ ਸਰੀਰ ਉੱਪੜ ਗਿਆ। ਪਿਛਲੇ ਟਾਈਮ ਦੇ ਵਿੱਚ 50 ਸਾਲਾਂ 'ਚ ਮੈਂ ਕੀ ਉਪਲਬਧ ਕੀਤਾ? ਕਮਾਈ ਵੱਲ ਤਾਂ ਧਿਆਨ ਦੇ ਲਊਗਾ। ਘਰ ਬਣਾਇਆ ਜੀ, ਪਹਿਲਾਂ ਕੱਚਾ ਸੀ, ਹੁਣ ਇੱਧਰ ਬਣਾ ਲਿਆ, ਫਲਾਣੀ ਕਲੋਨੀ 'ਚ ਥਾਂ ਲਈ। ਇਹ ਸਾਰੀ ਵੇਦਨਾ ਆਪਣੀ ਬਤਾ ਦਊਗਾ। ਸੁੱਖ ਨਾ ਉੱਤੇ ਹੋਰ ਵੀ ਪਾ ਲਿਆ 1 ਮੰਜ਼ਿਲ। ਇਹ ਆਪਦੇ ਪਿਛਲੇ ਸਾਲ ਦੀ ਦੱਸਦਾ। ਤੇ ਉਦੋਂ ਦਾ ਹੀ ਭਾਈ ਤੂੰ ਗੁਰਦੁਆਰੇ ਜਾਣਾ। ਅੱਛਾ, ਇੱਥੋਂ ਕੀ ਮਿਲਿਆ? ਇਹ ਵੀ ਇਬਾਦਤ ਕਰਦੇ ਵਰਣਨ ਲੋਕਾਂ ਨੂੰ। ਤੇ ਇਹ ਹੋਏਗਾ ਵੀ ਜਿੱਥੋਂ ਤੁਰਿਆ ਸੀ ਉੱਥੇ ਹੀ ਖੜਾ ਅਜੇ, 1 ਕਦਮ ਵੀ ਨਹੀਂ ਗਾਂਹ ਚੱਲਿਆ।
ਵਿਹਾਰਕ ਚ ਤਾਂ ਕਿਰਾਏ ਤੇ ਰਹਿੰਦੇ ਨੇ, ਆਪਣਾ ਲੈ ਲਿਆ, ਪੱਕਾ ਬਣਾ ਕੇ ਡਬਲ ਬਣਾ ਲਿਆ, ਤੇ ਬਾਣੀ ਉੱਥੇ ਹੀ ਆ ਗਿਆ ਤੇ ਜਾ ਗਿਆ, ਕੋਈ ਪੱਲੇ। ਤਾਂ ਇਹ ਫਰੋਲਣਾ ਪਊਗਾ ਵੀ ਮੇਰੇ ਪੱਲੇ ਹੈ ਕੁਛ, ਕੀ ਹੈ। ਮੈਨੂੰ ਮਰਨ ਤੋਂ ਹੁਣ ਡਰ ਨਹੀਂ ਲੱਗਦਾ, ਜਨਮ ਮਰਨ ਤੋਂ ਡਰ ਲੱਗਦਾ ਕਿ ਨਹੀਂ, ਪਹਿਲਾਂ ਤਾਂ ਇਹ ਬਤਾਓ। ਤਾਂ ਸੱਚ ਕੀ ਹੈ? ਵੀ ਸੱਚ ਤਾਂ ਇਹ ਹੈ, ਅਜੇ ਮੇਰਾ ਭੈ ਦੂਰ ਨਹੀਂ ਹੋਇਆ। ਵੀ ਕੀ ਭੈ ਕੀ ਆ ਤੈਨੂੰ? ਵੀ ਮੈਨੂੰ ਭੈ ਇਹ ਬਤਾ ਰਿਹਾ ਕਿ ਤੈਨੂੰ ਕਰਮਾਂ ਦਾ ਫਲ ਭੋਗਣਾ ਪਊਗਾ, ਤੇ ਇਹ ਫਲ ਹੈ ਜਿਹੜਾ ਇਹਦਾ ਸਖਤ ਆ ਬੁਰੇ ਕੰਮ ਦਾ, ਇਹ ਤੈਨੂੰ ਕਸ਼ਟ ਸਹਿਣੇ ਪੈਣਗੇ। ਇਹ ਮੇਰੇ ਅੰਦਰ ਜਚਿਆ ਖੜਾ ਹੈ। ਤਾਂ ਬਾਣੀ ਨੇ ਕੀ ਆਖਿਆ? ਬਾਣੀ ਆਦੇ ਵੀ ਭਾਈ, ਜੇ ਤੈਨੂੰ ਡਰ ਲੱਗਦਾ ਹੈ ਵੀ ਜਨਮਣਾ ਯਾਰ ਬਾਰੰਬਾਰ ਸੌਖਾ ਹੈ, ਔਰ ਜਨਮ ਕੇ ਫੇਰ ਮਰ ਜਾਣਾ, ਫੇਰ ਜਨਮ ਲੈਣਾ, ਇਹ ਕੋਈ ਸੌਖਾ ਹੈ? ਇਹਦਾ ਨਾਂ ਸੁਣਦੇ ਆ ਉਦੋਂ ਭੈ ਆਉਂਦਾ। ਤਾਂ ਫਿਰ ਗੁਰੂਆਂ ਨੇ ਇਹਨੂੰ ਕੀ ਦੱਸਿਆ? ਗੁਰੂਆਂ ਨੇ ਆਖਿਆ ਜੇ ਕੋਈ ਜਨਮ ਮਰਨ ਤੇ ਡਰੈ ਤੇ ਸਾਧ ਜਨਾਂ ਕੀ ਸਰਨੀ ਪਰੈ। ਉਹਨਾਂ ਨੇ ਕਦੋਂ ਆਖਿਆ ਵੀ ਗੁਰਦੁਆਰੇ ਆ ਜੀ? ਗੁਰਦੁਆਰੇ ਚੋਂ ਤਾਂ ਤੁਹਾਨੂੰ ਉਪਦੇਸ਼ ਮਿਲਿਆ ਵੀ ਜੇ ਕੋਈ ਜਨਮ ਮਰਨ ਤੇ ਡਰੈ ਤਾਂ ਸਾਧ ਜਨਾਂ ਕੇ ਸਰਨੀ ਪਰੈ। ਤਾਂ ਇੱਥੋਂ ਹੈ ਵੀ ਅਸੀਂ ਬਾਣੀ ਦੀਆਂ ਗੁਰਦੁਆਰਿਆਂ ਚੋਂ ਕੁਛ ਲਾਭ ਖੱਟਣਾ ਹੈ। ਵਿਚਾਰ ਕੇ ਵੇਖੋ, ਜਿੱਥੇ ਗੰਦੇ ਬੰਦੇ ਜੇਲ੍ਹਾਂ ਦੇ ਵਿੱਚ ਦਿੱਤੇ ਆ, ਉਸ ਜੇਲ੍ਹ ਘਰ ਨੂੰ ਉੱਤੇ ਕੀ ਲਿਖਿਆ? ਉੱਤੇ ਲਿਖਿਆ ਸੁਧਾਰ ਘਰ। ਇਹ ਜੇਲ੍ਹ 'ਚ ਗੰਦੇ ਬੰਦੇ ਆਏ ਆ, ਇਹ ਤੋਂ ਚੰਗੇ ਬਣ ਕੇ ਜਾਣਗੇ ਸਮਾਜ 'ਚ। ਹੁਣ ਗਾਂ ਵਾਸਤੇ ਗੰਦੇ ਕੰਮ ਨਹੀਂ ਕਰਨਗੇ, ਇਹ ਸੁਧਾਰੇ ਗਏ। ਥਾਣੇ ਵੀ ਸੁਧਾਰਦੇ ਆ, ਕੀ ਕਰਦੇ ਵੀ ਇਹਦੀਆਂ ਕਈ ਸ਼ਿਕਾਇਤਾਂ ਆਈਆਂ, ਕਈ ਵਾਰੀ ਇਹਨੂੰ ਕਿਹਾ ਵੀ ਆ ਵੀ ਭਾਈ ਗਲਤ ਕੰਮ ਨਾ ਕਰਿਆ ਕਰ, ਤੇਰੀਆਂ ਸ਼ਿਕਾਇਤਾਂ। ਤਾਂ ਇਹਨੂੰ ਪਾਓ ਲੰਮਾ। ਉਹ ਲੰਮਾ ਪਾ ਕੇ ਉਹਦੇ ਤੇ ਕੁਟਾਪਾ ਚਾੜਨਾ, ਕੁਟਾਪੇ ਮਾਰਿਆਂ ਨੇ ਨਹੀਂ ਚਾੜਿਆ, ਉਹ ਵੀ ਚਾੜਿਆ ਸੀ ਵੀ ਸੁਧਰ ਜੇ, ਮੁੜ ਕੇ ਗੰਦੇ ਕੰਮ ਕਰਨੋਂ ਹਟ ਜੇ। ਅੱਗੇ ਤੀਜੇ ਗੁਰਦੁਆਰੇ, ਇਹ ਵੀ ਸੁਧਾਰ ਘਰ ਹੈ। ਮੰਦਿਰ, ਗੁਰਦੁਆਰਾ, ਮਸੀਤ ਕੋਈ ਵੀ ਹੈ, ਇਹ ਸੁਧਾਰ ਘਰ ਹੈ। ਵੀ ਗੰਦੇ ਬੰਦੇ ਆਓ, ਇਥੋਂ ਚੰਗਾ ਉਪਦੇਸ਼ ਲਓ, ਚੰਗਾ ਉਪਦੇਸ਼ ਧਾਰਨ ਕਰਕੇ ਆਪਣੇ ਜੀਵਨ ਨੂੰ ਸੁਧਾਰ ਕਰ ਲਓ। ਤਾਂ ਰਹੀ ਬਾਤ ਵੀ ਗੁਰਦੁਆਰਾ ਵੀ ਸੁਧਾਰ ਘਰ ਹੈ, ਜੇਲ੍ਹ ਥਾਣੇ ਵੀ ਸੁਧਾਰ ਘਰ ਹੈ। ਇਹ ਉਪਦੇਸ਼ ਨਾਲ ਸੁਧਾਰਦਾ ਹੈ। ਪੁਲਿਸ ਥਾਣੇ ਡੰਡੇ ਨਾਲ ਸੁਧਾਰਨ ਦੀ ਕੋਸ਼ਿਸ਼ ਕਰਦੇ, ਜਿਹੜਾ ਇਹਨੂੰ ਡੱਕ ਕੇ ਅੰਦਰ ਪਰੇਸ਼ਾਨ ਕਰਕੇ ਸੁਧਾਰਨ ਦੀ ਕੋਸ਼ਿਸ਼ ਕਰਦੀਆਂ। ਤਾਂ ਇਹ ਹੈ ਵੀ ਇਹ ਸਾਰੇ ਸੁਧਾਰ ਘਰ ਹੈ। ਜੇਲ੍ਹ ਚੋਂ ਸੁਧਰ ਕੇ ਆਇਆ ਕੋਈ ਕੰਮ ਸਿੱਖ ਕੇ ਆਉਂਦੇ ਲੋਕ, ਕੋਈ ਕੁਰਸੀਆਂ ਬਣਾਉਣ ਸਿੱਖ ਜਾਂਦਾ, ਕੋਈ ਹੋਰ ਕੁਝ ਸਿੱਖ ਜਾਂਦਾ, ਤਾਂ ਉਹਦਾ ਸੁਧਾਰ ਹੋ ਗਿਆ। ਆ ਕੇ ਕਿਸੇ ਦੇ ਲੱਗ ਜਾਂਦਾ ਕੰਮ ਤੇ, ਉਹ ਉਹਨੂੰ ਕੋਈ ਥੋੜਾ ਵੀ ਤਾਂ ਖਰਚਾ ਦਿੰਦਾ, ਸੁਧਰ ਗਿਆ। ਪੁਲਿਸ ਨੇ ਸੁਧਾਰਤਾ।
ਢੰਗ ਵੇਖਣਾ ਹੈ ਵੀ ਗੁਰਦੁਆਰੇ 'ਚ ਆਪਣਾ ਤੁਲਨਾ ਕਰੋ ਵੀ ਮੇਰਾ ਕੀ ਸੁਧਾਰ ਹੋਇਆ। ਜੇ ਗੁਰਦੁਆਰੇ 'ਚ ਸੁਧਾਰ ਨਹੀਂ ਹੁੰਦਾ ਤਾਂ ਫਿਰ ਇਹ ਹੋ ਗਿਆ ਵੀ ਅਬ ਕੇ ਛੁਟਕੇ ਠੌਰ ਨਾ ਠਾਓ। ਇਦੋਂ ਅੱਗੇ ਘਰ ਵੀ ਕੋਈ ਨਹੀਂ ਜਿਹੜਾ ਸੁਧਾਰਨ ਵਾਲਾ ਸੀ। ਇਹ ਚੰਗਿਆਂ ਪੁਰਸ਼ਾਂ ਨੇ ਗੰਦਿਆਂ ਪੁਰਸ਼ਾਂ ਨੂੰ ਚੰਗੇ ਬਣਾਉਣ ਵਾਸਤੇ ਇਹ ਅਸਥਾਨ ਨਿਯਤ ਕੀਤੇ ਸੀ। ਔਰ ਚੰਗੇ ਬਣਾਉਣ ਵਾਸਤੇ ਬਾਣੀ ਦੇ ਵਿੱਚ ਚੰਗੇ ਉਪਦੇਸ਼ ਦਰਜ ਕੀਤੇ ਆ। ਚੰਗਾ ਜੀਵਨ ਬਣਾਉਣ ਵਾਸਤੇ ਇਹ ਸਾਰੇ ਜਿੰਨੇ ਵੀ ਗ੍ਰੰਥ, ਅੰਜੀਲ, ਕੁਰਾਨ, ਬਾਈਬਲ, ਇਹ ਸਾਰੇ ਲੈ ਲਓ, ਭਾਗਵਤ, ਗੀਤਾ, ਪੁਰਾਣ, ਸਿਮਰਤੀਆਂ, ਸਿੱਖ ਇਤਿਹਾਸ, ਇਤਿਹਾਦਕ ਲੈ ਕੇ ਇਹ ਵੀ ਸਾਰੇ ਇਹਨੂੰ ਸੁਣ ਕੇ ਇਹਦੇ ਸੁਧਾਰ ਵਾਸਤੇ ਹੈ ਵੀ ਮਨੁੱਖ ਸੁਧਰੇ। ਤੇ ਸੁਧਰਾ ਹੋਇਆ ਜਿੰਨਾ ਮਨੁੱਖ ਹੈ ਉਹਨਾਂ ਚਿਰ ਇਹਨੂੰ ਮੁਕਤੀ ਨਹੀਂ ਗੀ। ਭਾਵੇਂ 100 ਖੰਡ ਪਾਠ ਕਰਾ ਲੇ ਤੇ ਚਾਹੇ ਇੱਕ ਵਨ ਕਰਾ ਲੇ। ਵਿਚਾਰ ਕਰਕੇ ਵੇਖੋ, ਜਿਹੜਾ ਸਰੀਰ ਸ਼ਾਂਤ ਹੋ ਗਿਆ, ਦੂਜੇ ਲਫ਼ਜ਼ਾਂ ਚ ਕਹਿ ਲੋ ਮ੍ਰਿਤੂ ਹੋ ਗਿਆ, ਉਹਦਾ ਨਹਾਉਣਾ ਧੋਣਾ ਵੀ ਖਤਮ ਹੋ ਗਿਆ ਵੀ ਇਹਨੂੰ ਨਹਾਈਏ ਜੇ। ਨਹਾਉਣਾ ਕੀ ਨਾ, ਜਦੋਂ ਮ੍ਰਿਤੂ ਹੋ ਗਿਆ ਉਹਨੂੰ ਨਵੇਂ ਕੱਪੜੇ ਦੀਏ ਜੀ। ਨਾ ਕੱਪੜੇ ਕਿਦੋਂ, ਸਰੀਰ ਹੀ ਮ੍ਰਿਤੂ ਹੋ ਗਿਆ। ਉਹਦੇ ਲਈ ਕੀ ਕਰੀਏ? ਛਾਵੇਂ ਕਰੀਏ ਜੀ? ਨਾ ਕੋਈ ਛਾਂ ਕਿਹਨੂੰ ਕਰੋਗੇ? ਉਹਦੇ ਤੇ ਬਿਸਤਰਾ ਪਾਈਏ ਜੀ। ਜਦੋਂ ਸਰੀਰ ਹੀ ਨਹੀਂ ਰਿਹਾ ਕੀ ਕਰੋਗੇ? ਤੇ ਜਿਹਦਾ ਸਰੀਰ ਹੀ ਨਹੀਂ ਰਹਿੰਦਾ ਤੇ ਮਗਰੋਂ ਕਾਹਦੇ ਵਾਸਤੇ ਕਰਦੇ ਜਦੋਂ ਸਰੀਰ ਵਾਲਾ ਹੀ ਨਹੀਂ? ਉਹ ਤਾਂ ਹੈ ਨਹੀਂ ਜਿਹਦਾ ਸਰੀਰ ਛੁੱਟਿਆ ਸੀ। ਤੇ ਹਾਂ ਤੁਸੀਂ ਕਿਹਦੇ ਵਾਸਤੇ ਕਰਦੇ? ਜਦੋਂ ਸਰੀਰ ਸੀ ਉਹਨੂੰ ਪਾਣੀ ਦਿਓ, ਭੋਜਨ ਦਿਓ, ਸਭ ਕੁਝ ਕਰੋ। ਇਹ ਸਾਨੂੰ ਗੁਰਦੁਆਰਿਆਂ 'ਚੋਂ ਪਤਾ ਲੱਗਣਾ ਸੀ ਵੀ ਭਾਈ ਜਦੋਂ ਸਰੀਰ ਖਤਮ ਹੋ ਜੇ ਉਹਦੇ ਸਭ ਨਾਲੋਂ ਰਿਸ਼ਤੇ ਨਾਤੇ ਟੁੱਟ ਜਾਂਦੇ ਆ। ਉਹ ਕਿਸੇ ਦਾ ਤਾਇਆ ਨਹੀਂ ਰਹਿੰਦਾ, ਕਿਸੇ ਦਾ ਬਾਪ ਨਹੀਂ, ਕਿਸੇ ਦਾ ਫੁੱਫੜ, ਕਿਸੇ ਦਾ ਮਾਮਾ, ਭਾਣਜਾ, ਭਤੀਜੇ ਸਭ ਖਤਮ ਹੋ ਜਾਂਦੇ। ਤੇ ਜਦੋਂ ਤੁਹਾਡੀ ਸਾਂਝ ਹੀ ਖਤਮ ਹੋ ਗਈ, ਉਹਦੇ ਸਰੀਰ ਨਾਲ ਸਾਂਝ ਸੀ, ਸਰੀਰ ਤਾਂ ਰਿਹਾ ਨਹੀਂ। ਤੇ ਹੁਣ ਕਿਹਨੂੰ ਤਾਇਆ ਨੇ? ਹੁਣ ਕਿਹੜਾ ਮਾਮਾ ਹੈ ਤੁਹਾਡਾ, ਕਿਹੜਾ ਫੁੱਫੜ ਹੈ ਜਿਹਨੂੰ ਆਨੇ? ਫੁੱਫੜ ਹੋਰੀ ਤਾਂ ਹੈ ਨਹੀਂ ਇੱਥੇ। ਤਾਂ ਸਮਝ ਲਓ ਵੀ ਜੇ ਫੁੱਫੜ ਹੋਰੀ ਹੈ ਨੇ ਤਾਂ ਮੇਰੀ ਹੁਣ ਇਹਦੇ ਨਾਲ ਜਿਹੜੀ ਹੈ ਇਹ ਵੀ ਕਲਪਨਾ ਹੈ ਨਹੀਂ, ਐਵੇਂ ਹੀ ਹੈ। ਲੋਕ ਇਸ ਬਾਤ ਨੂੰ ਸਮਝ ਨਹੀਂ ਰਹੇ। ਤਾਂ ਸਮਝਣਾ ਇਹ ਆਪਣਾ ਤਾਂ ਵਿਦਾਂਤ ਦਾ ਹੀ ਵਿਸ਼ਾ, ਪਰ ਫਿਰ ਵੀ ਗੱਲ ਸੌਖੀ ਕੋਈ ਮਾਹੌਲ ਹੋਣ ਕਰਕੇ ਕਰ ਲਈ ਦੀ। ਤਾਂ ਇੱਥੋਂ ਇਹ ਆ ਜਾਓ ਵੀ ਵੇਦਾਂਤ, ਜਿਹੜਾ ਬੰਦਾ, ਇਹ ਪਿੰਡਰਾਂ ਵਾਲਿਆਂ ਨੂੰ ਕਿਸੇ ਨੇ ਸਵਾਲ ਕੀਤਾ ਸੀ ਅੱਗੇ ਜੀ ਗੁਰਬਾਣੀ ਵੇਦਾਂਤ ਅਨੁਸਾਰ ਹੈ ਕਿ ਵੇਦਾਂਤ ਤੋਂ ਬਾਹਰ ਹੈ? ਤਾਂ ਉਹਨਾਂ ਪਿੰਡਰਾਂ ਵਾਲਿਆਂ ਦੀ ਪੋਥੀ 'ਚ ਇਹਦਾ ਅਰਥ ਲਿਖਿਆ ਕਿ ਨਾ ਵੇਦਾਂਤ ਅਨੁਸਾਰ ਆ ਤੇ ਨਾ ਵੇਦਾਂਤ ਦੇ ਵਿਰੁੱਧ, ਤੇ ਫਿਰ ਕੀ ਹੋਈ? ਕੋਈ ਰਿਜ਼ਲਟ ਤਾਂ ਨਾ ਨਿਕਲਿਆ। ਤਾਂ ਤੁਹਾਨੂੰ ਥਾਂ ਥਾਂ ਵਿਖਾਉਣੇ ਵੀ ਬਾਣੀ ਵੇਦਾਂਤ ਦੇ ਅਨੁਸਾਰ ਹੈ। ਜਿਹੜੇ ਸਾਡੇ ਪ੍ਰਾਚੀਨ ਗੁਰੂ ਸੰਤ, ਚਾਹੇ ਸਾਡੇ ਪਿਤਾ ਪਤਾਮੇ ਵੀ ਹੋਏ, ਉਦੋਂ ਲੋਕਾਂ ਨੇ ਪੋਥੀਆਂ ਗ੍ਰੰਥ ਨਹੀਂ ਲਿਖੇ ਸੀ।
ਇਹਨਾਂ ਨੂੰ ਕਰਾਹੇ ਪਾਉਣ ਵਾਲੇ, ਉਹ ਸਾਰੇ ਵੇਦ ਤੋਂ ਸੇਧ ਲੈਂਦੇ ਸੀ। ਵੇਦ ਦਾ ਗਿਆਨ ਕੰਡ ਦਾ ਨਾਮ ਵੇਦਾਂਤ ਸੀ। ਉਹੋ ਹੀ ਪਰੰਪਰਾ ਗੁਰੂਆਂ ਨੇ ਰੱਖੀ। ਤਾਂ ਅਸੀਂ ਵਿਚਾਰ ਕੇ ਵੇਖੋ ਵੀ ਜੇ ਕੋਈ ਖੇਤ ਜਾਂਦਾ ਪੱਠੇ ਵੱਢਣ ਤਾਂ ਉਹ ਵਿਚਾਲਿਓਂ ਵੱਢਦਾ ਕਿ ਪਹਿਲਾਂ ਸਿਰੇ ਤੋਂ ਵੱਢਦਾ? ਜੇ ਕੋਈ ਕੰਧ ਕੱਢਦਾ ਤਾਂ ਸਿਰੇ ਤੋਂ ਸ਼ੁਰੂ ਕਰਕੇ ਲਿਜਾਂਦਾ ਕਿ ਵਿਚਾਲਿਓਂ ਲੱਗਦਾ? ਕੋਈ ਵੀ ਕਰਤੱਵ ਕਰਦਾ ਹੈ ਉਹ ਸਿਰੇ ਤੋਂ ਲੱਗਦਾ ਹੈ, ਆਹਿਸਤਾ ਆਹਿਸਤਾ ਅਖੀਰ ਤਾਈਂ ਜਾਂਦਾ ਹੈ। ਅੱਜ ਤੱਕ ਵੇਖਿਆ ਕੋਈ ਖੇਤ ਨੂੰ ਪੱਠੇ ਵੱਢਦਾ, ਵਾਢਾ ਲਾਉਂਦਾ, ਸਿਰੇ ਤੋਂ ਲਾਉਂਦਾ ਤੇ ਅਗਲੇ ਸਿਰੇ ਤੱਕ ਚਲਿਆ ਜਾਂਦਾ। ਤੇ ਬਾਣੀ ਇਹ ਕਹੀ ਜੀ ਕਿ ਜਿਹਨੂੰ ਵਿਚਾਲਿਓਂ ਲੱਗਦੇ, ਕਿਸੇ ਕੰਮ ਨੂੰ ਵਿਚਾਲਿਓਂ ਨਹੀਂ ਲੱਗਦਾ ਕੋਈ। ਇਹ ਐਂ ਕਰਕੇ ਵਿਚਾਲਿਓਂ ਲੱਗਦੇ, ਸਿਰੇ ਤੋਂ ਲੱਗੋ। ਤਾਂ ਸਿਰੇ ਤੋਂ ਕੀ ਹੈ? ਸਿਰੇ ਤੋਂ ਹੁੰਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਤਾਂ ਇਹ ਹੱਕ ਹੈ, ਪਹਿਲਾਂ ਇਹਨੂੰ ਵਿਚਾਰੋ। ਤਾਂ ਕਿੰਨੇ ਕਾ ਜਿਹੜੇ ਵਿਚਾਰਨ ਵਾਲੇ ਆਉਣ ਸਾਹਮਣੇ, ਵਿਚਾਰ ਨੂੰ ਕਿਉਂ ਭਜਦੇ ਆ? ਸਿਰਾ ਤੋਂ ਸ਼ੁਰੂ ਕਰੋ। ਸਿਰੇ ਤੇ ਨੇ ਪਹਿਲਾਂ ਲਿਖਿਆ। ਇੱਕ ਕੀ ਹੈ? ਇੱਕ ਪਰਮਾਤਮਾ ਜੀ। ਤੈਨੂੰ ਕਿਵੇਂ ਪਤਾ ਲੱਗਿਆ ਵੀ ਪਰਮਾਤਮਾ ਇੱਕ ਹੈ? ਕਿਸ ਵਿਗਿਆਨ ਨਾਲ ਜਾਣਿਆ ਤੂੰ? ਓਮਕਾਰ ਕੀ ਹੈ? ਆਹਾ ਓਮਕਾਰ, ਓਮਕਾਰ ਆਦਮਾ ਜਾਨਾ ਲੇਖਾ ਰਮੇਟਾ ਤਾਹੇ ਨਾ ਮਾਨਾ। ਤਾਂ ਇਹ ਤਾਂ ਬਾਣੀ 'ਚ ਹੀ ਆਇਆ ਵੀ ਅਸੀਂ ਇਹ ਓਮਕਾਰ ਨੂੰ ਨਹੀਂ ਮੰਨਦੇ ਜਿਹੜਾ ਲਿਖਤਾ ਤੇ ਫਿਰ ਮੇਟਤਾ। ਕਿਸ ਨੂੰ ਓਮਕਾਰ ਕਿਹਾ? ਓਮਕਾਰ ਆਦਮਾ ਜਾਨਾ ਲੇਖਾ ਰਮੇਟਾ ਤਾਹੇ ਨਾ ਮਾਨਾ। ਓਮਕਾਰ ਕਹੇ ਸਭ ਕੋਈ ਜਿਨੇ ਲਖਾ ਸੋ ਵਿਰਲਾ ਹੋਈ। ਇਹ ਸਾਰੇ ਆ ਇੱਕ ਓਮਕਾਰ, ਇੱਕ ਓਮਕਾਰ। ਲਖਿਆ ਵੀ ਹੈ, ਜਾਣਿਆ ਵੀ ਉਹ ਕੀ ਹੈ। ਤੇ ਫਿਰ ਜਾਣਿਆ ਨਹੀਂ ਤਾਂ ਜਾਣਨ ਦਾ ਪ੍ਰਯਾਸ ਵੀ ਨਹੀਂ ਕਰਦੇ। ਜਿਹੜੀ ਚੀਜ਼ ਨਹੀਂ ਜਾਣਦੇ ਉਹਦਾ ਯਤਨ ਤਾਂ ਕਰਨਾ ਚਾਹੀਦਾ ਵੀ ਮੈਂ ਤਾਂ ਜਾਣਦਾ ਨਹੀਂ, ਤਾਂ ਕਰ ਪ੍ਰਯਾਸ। ਓਂਕਾਰ ਕਹੇ ਸਭ ਕੋਈ ਜਿਨੇ ਲਖਾ ਸੋ ਵਿਰਲਾ ਹੋਈ। ਅੱਗੇ ਆਦਿ ਓਂਕਾਰ ਵਰਨ ਨਾਨਾ ਤੇ ਮਸੋ ਬਿਨਾ ਨਹੀਂ ਕੁਛ ਆਨਾ। ਸ਼ਾਹੀ ਤੋਂ ਬਿਨਾ ਕੀ ਹੈ? ਅਸੀਂ ਕਹਾਂਗੇ ਜੀ ਇਹ ਲੈ ਬਾਣੀ ਹੈ। ਆ ਵੱਡੇ ਵੱਡੇ ਢੇਰ ਲੱਕੜਾਂ ਦੇ ਭਾਈ ਪਤਾ ਨਾ ਵੀ ਅੱਗ ਨਾ ਭਰੀ ਹੈ, ਤੇ ਅੱਗ ਨਾ ਭਰੀ ਹੈ ਲੱਕੜਾਂ ਦੇ ਢੇਰ ਤੇ ਰੱਖ ਦਿਓ ਪਤੀਲੇ ਭਰ ਕੇ, ਪਾਣੀ ਦੇ ਤੱਤੇ ਹੋ ਜਾਣਗੇ। ਤਵੀ ਰੱਖ ਦਈਏ ਉੱਤੇ, ਰੋਟੀਆਂ ਲਾ ਲਓ, ਪੱਕ ਜਾਣਗੀਆਂ। ਤੁਸੀਂ ਕਹੋਗੇ ਜੀ ਇਹ ਤਾਂ ਸਾਰੀ ਅੱਗ ਦੀ ਭਰੀ ਹੈ। ਓਏ ਅਗਨੀ ਹੋ ਰਹੀਆਂ ਐ ਨਹੀਂ ਕੁਛ ਕਰਦੀਆਂ, ਇਹ ਪੁਰਜਲਤ ਕਰਨੀ ਪੈਂਦੀ ਹੈ। ਭਾਵੇਂ ਲੱਕੜੀਆਂ ਅਗਨੀ ਦੀਆਂ ਭਰੀਆਂ, ਇਹ ਪੁਰਜਲਤ ਕਰਨੀ ਪੈਂਦੀ ਹੈ। ਭਾਵੇਂ ਓਂਕਾਰ ਚ ਸਭ ਕੁਛ ਹੈ, ਓਂਕਾਰ ਕੁਛ ਨਹੀਂ ਖੋਣ ਵਾਲਾ ਤੁਹਾਡਾ। ਇਹ ਪ੍ਰਜੁਲਤ ਕਰ ਲਿਆ ਕਿ ਨਹੀਂ? ਓਂਕਾਰ ਕੀ ਹੈ? ਮੈਂ ਤਾਂ ਕਹਿਣਾ ਹੈ ਜੀ, ਕਹਿਣ ਨਾਲ ਕੀ ਹੋ ਜੂ? ਉਹ ਬੋਲਦਾ ਮਾਰੋ ਮੂੰਹ ਤੇ, ਇਹ ਕਹਿਣ ਨਾਲ ਕੀ ਹੋ ਗਿਆ? ਉਹ ਤਾਂ ਉਦੋਂ ਹੋਣਾ ਜਦੋਂ ਟਾਹ ਦੇਣੇ ਟਕਾ ਕੇ ਮਾਰਿਆ। ਤੇ ਮੈਂ ਓਂਕਾਰ ਕਹਿਣਾ ਜੀ, ਇਸੇ ਕਹਿ ਲਾ। ਅੱਛਾ ਮੈਂ ਉਹ ਕਹਿੰਦਾ ਮੈਂ ਕਦੇ ਵੀ ਨਹੀਂ ਕਿਹਾ। ਮੈਂ ਨਿਤ ਓਂਕਾਰ ਕਹਿਣਾ ਹੈ। ਇੱਕ ਕਹਿੰਦਾ ਮੈਂ ਅਜੇ ਤੀਕ ਮੂੰਹ ਆਖ ਕੇ ਨਹੀਂ ਵੇਖਿਆ, ਤਾਂ ਹੁਣ ਤੋਲ ਤੇਰਾ ਤੇ ਇਹਦੇ ਚ ਕੀ ਫਰਕ ਆਇਆ? ਇਹ ਕਦੇ ਵੀ ਨਹੀਂ ਓਂਕਾਰ ਕਹਿੰਦਾ, ਤੂੰ ਨਿੱਤੀ ਕਹਿਣਾ। ਇਹਦੀ ਉਪਲਬਧੀ ਪਤਾ ਕੀ ਹੋਈ? ਤਾਂ ਇਹ ਹੋ ਗਿਆ, ਇਹ ਮਤ ਕਰੋ
ਪ੍ਰਸੀਨ ਨੂੰ ਵਿਚਾਲਿਓਂ ਟੱਕ ਨਾ ਲਾਓ, ਸਿਰੇ ਤੋਂ ਲਾਉਣਾ ਪੈਂਦਾ ਹੈ। ਤੇ ਬਾਣੀ ਨੂੰ ਵਿਚਾਲਿਓਂ ਸ਼ੁਰੂ ਕਰ ਦਿੰਨੇ ਐਂ ਕਰਕੇ, ਤੇ ਮੂਲ ਕੌਣ ਪੜੋ? ਕਿਸ ਨੂੰ ਮੂਲ ਦਾ ਪਤਾ ਹੈ? ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਉਹ ਕਿਸ ਨੂੰ ਕਹੀ ਜਾ ਰਿਹਾ ਬੋਲ ਬੋਲ ਕੇ? ਜਿਹਨੇ ਲਿਖਿਆ ਉਹ ਤਾਂ ਜਾਣ ਕੇ, ਉਹਨਾਂ ਨੇ ਜਾਣਿਆ ਪਹਿਲਾਂ ਉਹਨੂੰ, ਫਿਰ ਉਹਨਾਂ ਨੇ ਇਹਦਾ ਪ੍ਰਤੀਪਾਦਨ ਕਰਨ ਵਾਸਤੇ ਲਿਖਤਾ। ਤੂੰ ਇਹਨੂੰ ਪੜ੍ਹ ਕੇ ਜਾਣਿਆ? ਕਰੋ ਹੱਥ ਖੜਾ ਜਿਹਨੇ ਜਾਣਿਆ। ਤਾਂ ਜੀ ਅਸੀਂ ਤਾਂ ਪੜ੍ਹਦੇ ਹੀ ਆਂ। ਤੇ ਖੁੱਲ ਗਿਆ ਗੋਡਿਆਂ ਦਾ ਆਪਰੇਸ਼ਨ ਕਰਨ ਵਾਲਾ, ਕੰਧ ਤੇ ਲਿਖਿਆ ਦਵਾ। ਹਸਪਤਾਲ ਖੋਲ ਗਿਆ, ਚੂਲੇ ਬਦਲਣ ਵਾਲਾ ਤੇ ਗੋਡੇ ਬਦਲ ਦਿੰਦਾ। ਤੇ ਕੰਧ ਤੇ ਲਿਖੇ ਤੋਂ ਪੜੇ ਤਾਂ ਤੁਹਾਡੇ ਗੋਡੇ ਨਹੀਂ ਬਦਲੇ ਜਾਣੇ, ਨਾ ਚੂਲੇ ਬਦਲੇ ਜਾਣੇ, ਤਾਂ ਹਸਪਤਾਲ 'ਚ ਬਦਲੇ ਜਾਣੇ ਆ ਕਿ ਲਿਖਿਆ ਪੜ ਕੇ ਬਦਲੇ ਜਾਂਦੇ ਆ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਹ ਤਾਂ ਤੂੰ ਪੜ ਲਿਆ, ਜਿਵੇਂ ਹਸਪਤਾਲ ਦੇ ਚੂਲੇ ਬਦਲਣ ਵਾਲੇ ਪੜ ਲਏ। ਬਦਲਵਾਏਗਾ ਚੂਲੇ ਤੇ ਉਹਨੂੰ ਪਤਾ ਲੱਗਣਾ ਵੀ ਆਹਾ ਹਾ ਤਕਲੀਫ ਕੱਟਦੇ ਸਾਂ, ਰਮਾਨ ਆ ਗਿਆ। ਤੇ ਤੂੰ ਓੰਕਾਰ ਨੂੰ ਜਾਣੇਗਾ ਤਾਂ ਤੈਨੂੰ ਪਤਾ ਲੱਗਣਾ ਵੀ ਇੱਕ ਕੌਣ ਹੈ। ਇੱਕ ਜੀ ਪਰਮਾਤਮਾ ਹੈ, ਤੇ ਤੂੰ ਦੂਜਾ ਬੈਠਾ ਨਾਲ। ਤੂੰ ਬੈਠਾ ਦੂਜਾ ਕਿ ਨਹੀਂ? ਤੇ ਪਰਮਾਤਮਾ ਇੱਕ ਕਿਵੇਂ ਹੋ ਗਿਆ? ਜਦੋਂ ਅਸੀਂ ਆ ਜਿੰਨੇ ਸਰੀਰ ਬੈਠੇ ਆ, ਤੇ ਹਰੀ ਸਿੰਘ ਕਹੇ ਮੈਂ ਇੱਕ ਹਾਂ ਜੀ, ਤੇ ਇੱਕ ਤੇ ਆ ਨਾਲ ਬੈਠੇ ਜਿਹੜੇ, ਇੱਕ ਕਿਵੇਂ ਹੋ ਗਿਆ ਤੂੰ? ਇੱਕ ਤਾਂ ਆਏਗਾ ਜੇ ਕੋਈ ਵੀ ਨਾ ਬਾਕੀ ਹੋਵੇ। ਜਗਤ ਬੈਠਾ ਕੋਲੇ, ਜਾਗਰਤ ਬੈਠੀ ਹੈ, ਸੁਪਨ ਬੈਠੀ ਹੈ, ਨਿੰਦਰਾ ਬੈਠੀ ਹੈ, ਸਮਾਧੀ ਬੈਠੀ ਹੈ, ਮੂਰਛਤਾ ਬੈਠੀ ਹੈ, ਮਿਰਤੂ ਬੈਠੀ ਹੈ, ਤੇ ਤੂੰ ਕਹਿਣਾ ਮੈਂ ਇੱਕ। ਕੌਣ ਇੱਕ? ਆ ਏਕਾ ਇੱਕ। ਇਹ ਤਾਂ ਹੈ ਹੋਰ ਕੁੰਡੀ ਕਰ ਦੇ ਤਾਂ ਦੋ ਹੋ ਜੂ। ਇੱਕ ਕੌਣ ਹੈ? ਤਾਂ ਇਹ ਹੈਗਾ ਕਿ ਬਾਣੀ 'ਚ ਯਾਰ ਏਡੀਆਂ ਏਡੀਆਂ ਗੱਲਾਂ ਲਿਖੀਆਂ। ਬਾਣੀ 'ਚ ਤਾਂ ਉਹ ਬਾਤਾਂ ਲਿਖੀਆਂ ਕਿ ਜਿਹੜੀਆਂ ਐ ਜੈਸੇ ਰਾਖ ਹੈ, ਐ ਉੱਡ ਜਾਂਦੀ ਥੇਲੀ ਤੋਂ, ਫੂਕ ਮਾਰੀ ਤੋਂ। ਇਹ ਸਭ ਕੁਝ ਮਿਥਿਆ ਵਸਤੂ ਮੈਦਾਨ ਹੋ ਜਾਂਦਾ। ਕੋਈ ਨਹੀਂ, ਨਾ ਕੁਛ ਹੁਆ ਨਾ ਹੈ ਕੁਛ, ਨਾ ਕੁਛ ਹੋਮਣਹਾਰ। ਅਨੁਭਵ ਕਾ ਦਿਦਾਰ ਹੈ, ਆਪਣਾ ਰੂਪ ਅਪਾਰ। ਜਦੋਂ ਮੈਂ ਸਿੱਖਿਆ ਨਹੀਂ ਕੁਛ, ਤੇ ਮੈਨੂੰ ਗਾਂ ਸਿਖਾਉਣ ਦਾ ਅਧਿਕਾਰ ਕੀ ਹੈ? ਠੀਕ ਹੈ। ਉਹਨੂੰ ਅਧਿਕਾਰ ਹੈਗਾ ਸਿਖਾਉਣ ਦਾ ਜਿਹੜਾ ਖੁਦ ਸਿੱਖ ਚੁੱਕਿਆ। ਵੀ ਜਿੰਨੇ ਵੀ ਇਹ ਓੰਕਾਰ ਨੂੰ ਪੜ੍ਹਦੇ ਤੁਸੀਂ ਸਿੱਖ ਗਏ। ਓੰਕਾਰ ਕੀ ਹੈ? ਇਹ ਓੰਕਾਰ ਨਾਂ ਕਿਹਨੇ ਧਰਿਆ? ਇਹ ਜੀ ਪਰਮਾਤਮਾ ਦਾ ਨਾਂ ਹੈ। ਤੇ ਇਹ ਬਾਣੀ ਕਹਿੰਦੀ ਨਾਮ ਠਾਮ ਨਾ ਜਾਤ ਜਾਂ ਕੇ ਰੂਪ ਰੰਗ ਨਾ ਰੇਖ। ਜਿਹਨੂੰ ਤੋਂ ਪਰਮਾਤਮਾ ਨੇ ਨਾ ਉਹਦਾ ਕੋਈ ਥਾਂ ਖਾਸ ਇੱਥੇ, ਨਾ ਕੋਈ ਨਾਮ ਹੈ, ਨਾ ਕੋਈ ਥਾਂ ਹੈ, ਨਾ ਕੋਈ ਰੂਪ ਹੈ, ਨਾ ਰੰਗ ਹੈ। ਤੇ ਤੂੰ ਕਿਸ ਨੂੰ ਆ ਨਾ? ਪਰਮਾਤਮਾ। ਆਦ ਪੁਰਖ ਅਨਾਦ ਮੂਰਤ। ਉਹ ਆਦਿ ਹੈ ਔਰ ਪੁਰਖ ਹੈ, ਪੂਰਨ ਸਤਾ ਹੈ, ਉਪਮਾ ਰਹਿਤ ਹੈ। ਤੈਨੂੰ ਕਿਵੇਂ ਪਤਾ ਲੱਗਿਆ ਸੀ ਵੀ ਇਹ ਪਰਮਾਤਮਾ ਦਾ ਨਾਂ ਹੈ?
ਕਿਹਾ ਵਿਚਾਰ ਕਰਨੀ ਪਊਗੀ। ਜਦੋਂ ਵਿਚਾਰ ਕਰੋਗੇ ਤਾਂ ਸਾਨੂੰ ਇਹ ਪਤਾ ਲੱਗੇਗਾ ਵੀ ਗੁਰਬਾਣੀ ਹੈ ਜਿਹੜੀ, ਜਿੰਨੇ ਵੀ ਲੋਕਾਂ ਨੇ, ਪਹਿਲੀ ਤੋਂ ਬਾਤ ਹੈ ਰਾਧਾ ਸਵਾਮੀ ਦੀਆਂ ਬਥੇਰੀਆਂ ਕਿਤਾਬਾਂ, ਉਹ ਸੱਚੇ ਸੌਦੇ ਵਾਲਿਆਂ ਦੇ ਵੀ ਭਜਨ ਹੈ, ਹੋਰ ਵੀ ਬਥੇਰੇ ਹਨ ਜਿਨ੍ਹਾਂ ਦੇ ਹੈ। ਪਰ ਜਿਹੜੀ ਸ਼ੈਲੀ ਬਾਣੀ ਨੇ ਬੋਲੀ ਹੈ ਉਹ ਨਾ ਬਾਣੀ ਵਾਲਿਆਂ ਨੂੰ ਪਤਾ, ਨਾ ਸੌਦੇ ਵਾਲਿਆਂ ਨੂੰ ਪਤਾ, ਨਾ ਕਿਸੇ ਨੂੰ ਵੀ ਨਹੀਂ ਪਤਾ ਕਿ ਬੋਲਣ ਸਿੱਖਿਆ। ਜੇ ਤਾਂ ਬੋਲਤਾ ਤੋਤਾ ਵੀ ਸਿੱਖ ਲੈਂਦਾ, ਰਾਮ 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 ਰਾਮ। ਅੱਛਾ, ਤੋਤੇ ਨੂੰ ਪੁੱਛੋ ਰਾਮ ਰਾਮ ਤੂੰ ਜਾਣਦਾ? ਉਹਦਾ ਇਹ ਆਵਾਜ਼ਾਂ ਸੁਣ ਕੇ ਮੈਂ ਆਖਣ ਲੱਗ ਗਿਆ ਸੀ, ਬੱਚੇ ਆਦੇ ਸੀ ਰਾਮ ਰਾਮ, ਉਹ ਤੋਤਾ ਬੋਲਣ ਲੱਗ ਗਿਆ। ਤੇ ਤੋਤੇ ਰੱਟਿਆ ਓਂਕਾਰ, ਤੋਤੇ ਰੱਟਿਆ ਓਂਕਾਰ। ਇਹ ਤੋਤੇ ਰੱਟਿਆ ਕੁਛ ਨਹੀਂ ਹੋਣੇ ਵਾਲਾ ਵੀ ਤੋਤੇ ਰੱਟਿਆ ਬੋਲਤਾ ਜੀ, ਮੈਂ ਵੀ ਬੋਲਦਾ। ਉਹ ਕਹਿੰਦਾ ਜੀ ਮੈਂ ਤਾਂ 5 ਬਾਣੀਆਂ ਪੜ ਲੈਣਾ। ਬਾਣੀ 5 ਤੇ ਅਜੇ ਵੀ ਜੰਮਣ ਮਰਨ ਦਾ ਭੈ, ਅਜੇ ਵੀ ਮੇਰੇ ਕੋਈ ਪਿੰਡੇ ਨੂੰ ਨਾ ਛੂਝੇ, ਅਜੇ ਵੀ ਮੇਰੇ ਕੋਈ ਥਾਲੀ ਨੂੰ ਨਾ ਹੱਥ ਲਾ ਦੇ, ਹਾਲੇ ਵੀ ਇਹ ਮੈਨੂੰ ਕਿਸੇ ਦੀ ਛਾਂ ਨਾ ਪੈ ਜੇ। 5 ਬਾਣੀਆਂ ਪੜ ਕੇ ਤਾਂ ਬਾਣੀ ਦੀ ਤਾਂ ਇੱਕ ਤੁਕ ਪੜ ਕੇ ਸਾਰਾ ਕੁਝ ਖਤਮ ਹੋ ਜਾਣਾ ਸੀਗਾ, ਤੇਰੇ ਤੇ ਬਾਣੀ ਦਾ ਕੋਈ ਅਸਰ ਹੋਇਆ ਹੀ ਨਹੀਂ। ਤੂੰ 50 ਬਾਣੀਆਂ ਪੜ ਲਾ, ਤੇਰੇ ਤੇ ਤਾਂ ਵੀ ਨਹੀਂ ਹੋਣਾ। ਕਿਉਂ 5 ਬਾਣੀ ਤਾਂ ਇੱਕ ਹੀ ਵੱਧ ਸੋ ਯਾਰ। ਤੂੰ 5 ਪੜ ਪੜ ਕੇ ਵੀ ਉਹੋ ਹੀ ਮੰਨੀ ਬੈਠਾ ਵੀ ਮੈਨੂੰ ਕਿਸੇ ਦਾ ਝੂਠਾ ਹੱਥ ਨਾ ਲੱਗ ਜੇ, ਮੇਰਾ ਗਲਾਸ ਸਾਫੇ ਨਾ ਫੜਦਾ, ਜੱਗ ਨੂੰ ਪੱਲੇ ਨਾ ਫੜਦਾ, ਥਾਲੀ ਨੂੰ ਐ ਕਰਦਾ। ਯਾਰ ਇਹ ਪਾਣੀ ਚ ਤੈਨੂੰ ਅਜੇ ਤੱਕ ਪਤਾ ਨਹੀਂ ਲੱਗਿਆ। ਤਾਂ ਇਹ ਉਹ ਉਪਦੇਸ਼ ਕਰੂਗਾ। ਗੁਰੂ ਗੋਬਿੰਦ ਸਿੰਘ ਚ ਤਾਕਤ ਸੀ, ਸਾਰਿਆਂ ਨੂੰ ਰਲਾ ਕੇ ਜਦੋਂ ਝਾਕਦੇ ਸੀ ਨੀਵੀਆਂ ਪੈ ਜਾਂਦੀਆਂ ਸੀ। ਕਿਉਂ? ਬਲ ਸੀ, ਤਾਕਤ ਸੀ, ਇਕੱਠੇ ਕਰਕੇ ਖਾਣ ਦੀ, ਇਕੱਠੇ ਕਰਕੇ ਬਹਾ ਦੇਣ ਦੀ। ਤੇ ਕਿਸੇ ਅੰਮ੍ਰਿਤਧਾਰੀ ਚ ਤਾਕਤ ਹੈ ਲੜਾਈ ਕਰਨ ਤੋਂ ਸਿਵਾਏ? ਦੂਜੇ ਨਾਲ ਲੜਾਈ ਕਰ ਲਈ, ਦੂਜੇ ਨਾਲ ਕਰ ਲਈ। ਮਿੱਤਰ ਤਾਂ ਸਾਰਿਆਂ ਨੂੰ ਇਕੱਠੇ ਇੱਕ ਮਾਲਾ ਵਾਂਗੂ ਪਰੋਣ ਦੀ ਹੈ ਤਾਕਤ ਚ ਕਿਸੇ ਚ ਉੱਠੀ। ਗੁਰੂ ਗੋਬਿੰਦ ਸਿੰਘ ਚ ਤਾਕਤ ਸੀ, ਕਿੰਨੇ ਲੋਕ ਇਕੱਠੇ ਇੱਕ ਮਾਲਾ ਵਾਂਗੂ ਪਰੋਲੇ ਸੀ। ਤੇ ਤੁਸੀਂ ਕਿੰਨੇ ਪੰਥ ਪਰੋਏ ਐ? ਇਹ ਪਿੰਡਰਾਂ ਵਾਲੇ, ਇਹ ਨੀਲ ਧਾਰੀ, ਇਹ ਪੀਤ ਧਾਰੀ, ਇਹ ਚਿੱਟੇ ਧਾਰੀ, ਇਹ ਕਲੇਰਾਂ ਵਾਲੇ, ਇਹ ਢਮਾਣੇ ਵਾਲੇ, ਤੁਸੀਂ ਕਿੰਨੇ ਬਣ ਗਏ ਹੋ? ਤੁਹਾਡੇ ਚ ਤਾਕਤ ਹੁੰਦੀ ਤਾਂ ਸਾਰਿਆਂ ਨੂੰ ਇੱਕ ਕਰ ਦਿੰਦੇ। ਕਿਉਂਕਿ ਗੁਰੂ ਗੋਬਿੰਦ ਸਿੰਘ ਚ ਤਾਕਤ ਸੀ, ਉਹਨੇ ਸਭ ਨੂੰ ਇੱਕ ਕਰਤਾ। ਗੁਰੂ ਗੋਬਿੰਦ ਸਿੰਘ ਨੇ ਸ਼ਰਤ ਲਾਤੀ। ਕੀ ਸ਼ਰਤ ਲਾਈ? ਆਖੇ ਅੰਮ੍ਰਿਤ ਕੋ ਪਾਣੀ ਕਹੇ। ਥਰ ਥਰ ਕੰਬਦੇ ਸੀ। ਅੰਮ੍ਰਿਤ ਅੱਜ ਤੀਕ ਵੀ ਆਖੀ ਜਾਂਦੇ ਆ ਅੰਮ੍ਰਿਤ ਅੰਮ੍ਰਿਤ। ਉਹ ਪਤਾ ਹੈ ਵੀ ਹੈ ਤਾਂ ਪਤਾਸੇ ਕੋਲੇ। ਅਸੀਂ ਪੀਤਾ ਨਹੀਂ ਕਿ ਪਿਆਇਆ ਨਹੀਂ। ਅੱਛਾ, ਜਿਹੜੇ ਉਹਦੇ ਪਾਣੀ ਦੇ ਕੋਲੇ ਬਾਣੀ ਪੜਦੇ, ਪਾਣੀ 'ਚ ਤਾਕਤ ਹੈ ਬਾਣੀ ਫੜਨ ਦੀ? ਆਵਾਜ਼ ਨੂੰ ਕੌਣ ਫੜਦਾ ਹੈ? ਆਕਾਸ਼ ਤੋਂ ਬਿਨਾਂ ਆਵਾਜ਼ ਨੂੰ ਕੋਈ ਨਹੀਂ ਫੜ ਸਕਦਾ। ਤੇ ਅਸੀਂ ਪਾਣੀ ਵੱਲ ਧਿਆਨ ਕਰਕੇ ਇਹ ਲੋਕਾਂ ਨੂੰ ਭੁਲੇਖਾ ਪਾਉਨੇ ਆ ਵੀ 5 ਬਾਣੀਆਂ ਪੜੀਆਂ ਪਾਣੀ 'ਚ ਵੜ ਗਈਆਂ। ਓਏ ਸੋਚੋ ਕੁਛ। ਉਹ ਪਾਵਰ ਵਾਲਿਆਂ ਦੀਆਂ ਗੱਲਾਂ ਤੁਸੀਂ ਬਿਨਾਂ ਪਾਵਰ ਤੋਂ ਕਰਦੇ ਆ। ਪਾਣੀ 'ਚ ਕੋਈ ਤਾਕਤ ਨਹੀਂ ਗੀ ਕਿ ਤੁਸੀਂ ਬੋਲੋ ਤੇ ਪਾਣੀ ਮੁੜ ਕੇ ਤੁਹਾਡਾ ਬੋਲੋ ਇਸ਼ਾਰੇ। ਆਕਾਸ਼ ਕੰਧਾਂ ਦੇ ਵਿੱਚ, ਨਵੇਂ ਮਕਾਨ ਦੇ ਵਿੱਚ ਆਕਾਸ਼ ਆਇਆ ਜਿਹੜਾ ਨਿਰਮਲ ਹੋਇਆ, ਇਹ ਬੋਲ ਫੜਦਾ ਤੁਹਾਡਾ। ਤੁਸੀਂ ਕੋਈ ਆਵਾਜ਼ ਦਿਓ
ਉਸ ਮਕਾਨ ਚੋਂ ਪਰਤ ਕੇ ਆਵਾਜ਼ ਆਉਂਦੀ ਮੁੜ ਕੇ ਉਹੋ ਹੀ ਜਿਹੜੀ ਤੁਸੀਂ ਬੋਲਦੇ, ਤੇ ਜਿਹੜੀ ਤੁਸੀਂ ਅੰਮ੍ਰਿਤ ਛਕਾਉਣ ਵੇਲੇ ਬੋਲਦੇ ਪਾਣੀ ਚੋਂ ਆਉਂਦੀ ਆ। ਗੁਰੂਆਂ ਦੀ ਕੋਈ ਜੁਗਤੀ ਸੀ, ਜੁਗਤੀ ਸਿੱਖੀ ਨਹੀਂ ਕਿਸੇ ਨੇ, ਤੇ ਬਿਨਾਂ ਜੁਗਤੀ ਤੋਂ ਹੀ ਰੋਹ ਰੀਤ ਸਿੱਖ ਲਈ ਹੈ। ਕਿਹਨਾਂ ਦਾ ਛਕਿਆ? ਅਸੀਂ ਭਿੰਡਰ ਵਾਲਿਆਂ ਦਾ ਛਕਿਆ। ਅੱਛਾ, ਫਿਰ ਤੁਸੀਂ ਆਹ ਕਿਰਪਾਨ ਪਾਉਣੀ, ਤੁਸੀਂ ਕਿਹਨਾਂ ਦਾ ਛਕਿਆ? ਅਸੀਂ ਕਾਲੀਆਂ ਦਾ ਛਕਿਆ, ਤੁਸੀਂ ਆਹ ਪਾਉਣੀ। ਉਹ ਕਿਸੇ ਚੱਕਰ ਚ ਉਲਝੇ ਆ ਤੁਸੀਂ। ਅੰਮ੍ਰਿਤ ਨਾਨਕ ਅੰਮ੍ਰਿਤ ਏਕ ਹੈ। ਨਾਨਕ ਜੀ ਨੇ ਕਿਹਾ ਅੰਮ੍ਰਿਤ ਏਕ ਹੈ, ਤੇ ਫਿਰ ਭਿੰਡਰਾਂ ਵਾਲੇ ਦਾ ਹੋਇਆ, ਨਾਨਕਸਰ ਵਾਲਿਆਂ ਦਾ ਹੋਇਆ, ਪਟਿਆਲੇ ਵਾਲਿਆਂ ਦਾ ਹੋਇਆ, ਢੱਡਰੀਆਂ ਵਾਲਿਆਂ ਦਾ ਹੋਇਆ। ਕਿੰਨੇ ਕੁ ਹੋ ਗਏ? ਨਾਨਕ ਅੰਮ੍ਰਿਤ ਏਕ ਹੈ, ਭਾਈ ਹੈ ਗੁਰ ਪ੍ਰਸਾਦ। ਅੱਛਾ, ਜਿਨ੍ਹਾਂ ਨੂੰ ਨਾਨਕ ਨੇ, ਮਹਾਰਾਜ ਨੇ, ਬਾਣੀ ਨੇ ਆਖਿਆ ਵੀ ਇਸ ਖੋਪੜੀ ਤੋਂ ਲੈ ਕੇ ਇਹ ਪਾਉਣ ਦੇ ਅੰਗੂਠੇ ਤਾਈਂ ਇਹਦੇ ਵਿੱਚ ਅੰਮ੍ਰਿਤ ਪਹਿਲਾਂ ਵਿਆਪਕ ਹੈ। ਸਭ ਘਟ ਅੰਮ੍ਰਿਤ ਰੱਖਿਓ। ਜਿੰਨੇ ਸਰੀਰ ਹੈ ਇਹ ਸਾਰਿਆਂ 'ਚ ਪਹਿਲਾਂ ਹੀ ਅੰਮ੍ਰਿਤ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਇਹ ਗੁਰੂਆਂ ਦਾ ਗਿਆਨ ਹੀ ਅੰਮ੍ਰਿਤ ਹੈ। ਤਾਂ ਹੁਣ ਇਹ ਰਹਿ ਗਿਆ ਵੀ ਦੋ ਗੱਲਾਂ ਆ ਗਈਆਂ, ਇਹਦਾ ਫੈਸਲਾ ਨਹੀਂ ਹੋਇਆ ਜੇ ਤੀਕ ਵੀ ਅੰਦਰਲਾ ਅੰਮ੍ਰਿਤ ਸਹੀ ਹੈ ਤੇ ਬਾਹਰਲਾ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਮਿਲੋ, ਗ੍ਰਹਿਣ ਕਰੋ। ਅੱਛਾ, ਚਲੋ ਇਹ ਹੋਏਗਾ ਵੀ ਚਲੋ ਠੀਕ ਹੈ, ਬਾਹਰੋਂ ਵੀ ਛਕਾਉਂਦੇ ਆ ਤਾਂ ਛਕ ਲਓ, ਕੋਈ ਡਰ ਨਹੀਂ। ਪਰ ਨਾਲ ਇਹ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਅੰਮ੍ਰਿਤ ਕਾਹਦੇ ਲਈ ਛਕਿਆ, ਰੋਟੀ ਕਾਹਦੇ ਲਈ ਖਾਣਾ। ਇਹ ਕਮਜ਼ੋਰ ਹੋ ਜਾਊਗਾ, ਭੁੱਖ ਸਤਾਉਂਦੀ ਨਹੀਂ ਜੇ ਰੋਟੀ ਖਾ ਲਗੇ। ਪਾਣੀ ਕਾਹਦੇ ਲਈ ਪੀਣਾ, ਪਿਆਸ ਨਿਵਾਰਨ ਹੋ ਜਾਂਦੀ। ਲੀੜਾ ਕਾਹਦੇ ਲਈ ਉੱਤੇ ਲੈਣਾ, ਨਾ ਧੁੱਪ ਲੱਗਦੀ ਹੈ ਨਾ ਠੰਡ ਲੱਗਦੀ ਹੈ। ਜੁੱਤੀ ਕਾਹਦੇ ਲਈ ਪਾਉਣਾ, ਪੈਰ 'ਚ ਇਸ ਲਈ ਪਾਉਣਾ ਕਿ ਕੋਈ ਕੰਡਾ ਕੰਕਰ ਮੇਰੇ ਪੈਰ 'ਚ ਨਹੀਂ ਚੁਭਦਾ। ਇਹ ਸਾਰਿਆਂ ਦੇ ਪਹਿਲਾਂ ਗੋਣਾ ਨਵਾਦ ਯਾਦ ਹੈ। ਅਸੀਂ ਲੈਨੇ, ਜੁੱਤੀ ਵੀ ਪਾਉਨੇ ਆ, ਕੱਪੜੇ ਵੀ ਓੜਦੇ ਆ, ਭੋਜਨ ਵੀ ਕਰਦੇ ਆ, ਪਾਣੀ ਵੀ ਪੀਨੇ ਆ। ਛਾਵੇਂ ਕਿਉਂ ਜਾਣਾ ਯਾਰ, ਧੁੱਪ ਨਹੀਂ ਲੱਗਦੀ। ਤਾਂ ਰੌਲਾ ਤਾਂ ਇੱਥੇ ਆ ਵੀ ਅੰਮ੍ਰਿਤ ਕਿਉਂ ਛਕਦਾ ਹੈ, ਇਹਦੇ ਚ ਪਤਾ। ਤੈਨੂੰ ਇਹ ਥੋੜੋ ਕਹਿੰਦੇ ਵੀ ਅੰਮ੍ਰਿਤ ਨਾ ਛਕ। ਤੂੰ ਇਹਨਾਂ ਭੈਣ ਭਰਾਵਾਂ ਨੂੰ ਦੱਸ ਵੀ ਮੈਂ ਅੰਮ੍ਰਿਤ ਇਸ ਲਈ ਛਕਿਆ ਹੈ, ਤੇ ਉਹ ਜਿਹਦੇ ਲਈ ਛਕਿਆ ਸੀ ਉਹ ਮੈਨੂੰ ਉਪਲਬਧ ਹੋ ਗਿਆ। ਅੰਮ੍ਰਿਤ ਕਾਹਦੇ ਲਈ ਛਕਿਆ? ਤਾਂ ਫਿਰ ਜਦੋਂ ਪਿਆਰੇ ਸਿਖਾਉਂਦੇ ਆ ਉਦੋਂ ਪੁੱਛਦੇ ਨੇਗੇ ਤੁਸੀਂ ਵੀ ਮਹਾਰਾਜ ਸਾਨੂੰ ਕਾਹਦੇ ਲਈ ਛਕਾ ਰਹੇ ਆ। ਉਹ ਤੁਹਾਨੂੰ ਕੁਝ ਦੱਸਣ ਤੇ ਚਲੋ ਆਪਾਂ ਵਿਚਾਰ ਕਰ ਲਓ ਵੀ ਅੰਮ੍ਰਿਤ ਛਕਦੇ ਆ ਅਮਰ ਹੋਣ ਲਈ। ਅੱਛਾ, ਬਹੁਤ ਹੀ ਵਧੀਆ। ਜੇ ਤਾਂ ਅਮਰ ਹੋਣ ਲਈ ਤਾਂ ਹੁਣ ਇਹ ਹੋ ਗਿਆ ਵੀ ਕਿੰਨੇ ਵਰੇ ਹੋ ਗਏ ਵੀ ਮੈਨੂੰ ਜੀ 10 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ। ਮੈਨੂੰ ਤਾਂ ਛੋਟੇ ਹੁੰਦੇ ਨੂੰ ਛਕਿਆ। ਕਈ ਮਾਈ ਭਾਈ ਵਿਚਾਰੇ 50-60 ਸਾਲ ਦੇ ਨੂੰ ਛਕਿਆ। ਚਲੋ ਚੰਗਾ ਹੋਇਆ ਛਕਿਆ। ਪਰ ਬਾਤ ਤਾਂ ਇਹ ਹੈ ਕਿ ਇਹ ਅਮਰ ਹੋਣ ਲਈ ਛਕਿਆ ਸੀ। ਤੂੰ ਅਮਰ ਹੋਇਆ ਕਿ ਨਹੀਂ ਇਹ ਪਤਾ। ਅਮਰ ਹੋਇਆ ਕਿ ਨਹੀਂ ਇਹ ਕਿਸੇ ਨੂੰ ਪਤਾ ਥੋੜੋ ਲੱਗਣਾ, ਤੈਨੂੰ ਪਤਾ ਲੱਗਣਾ ਵੀ ਮੈਂ ਅਮਰ ਹੋ ਗਿਆ ਕਿ ਨਹੀਂ। ਤੇ ਫਿਰ ਰੋਟੀ ਖਾਂਦਿਆਂ ਹੀ ਆਨੰਦ ਆ ਗਿਆ। ਅੱਜ ਤਾਂ ਬਈ ਤੰਦੂਰ ਦੀਆਂ ਰੋਟੀਆਂ ਸੀ ਤੇ ਵਧੀਆ ਦਾਲ ਭਾਜੀ ਸੀ। ਖਾਂਦਿਆਂ ਖਾਂਦਿਆਂ ਆਨੰਦ ਆਇਆ ਕਿ 5 ਸਾਲਾਂ ਮਗਰੋਂ ਆਇਆ? ਖਾਂਦਿਆਂ ਹੀ ਆ ਗਿਆ। ਜੁੱਤੀ ਪੈਰ ਨਾਲ ਲੰਗ ਮਾਰ ਮਾਰ ਤੁਰਦਾ ਸੀ, ਕੰਕਰ ਚੁੱਭਦੇ ਸੀ,
ਪਾਉਂਦਿਆਂ ਹੀ ਆਨੰਦ ਆ ਗਿਆ, ਮੌਜ ਨਾ ਜਾਣਾ ਕਿ 5-10 ਸਾਲਾਂ ਮਗਰੋਂ ਆਨੰਦ ਆਊਗਾ ਜੁੱਤੀ ਪਾਈ ਦਾ। ਪਾਣੀ ਪੀਏ ਤਾਂ ਉਦੋਂ ਹੀ ਆਉਂਦਾ ਹੈ। ਆਚਾਰਜਾ ਤੇ ਬਾਣੀ ਦਾ ਤੇ ਅੰਮ੍ਰਿਤ ਦਾ 50 ਸਾਲਾਂ ਨੂੰ ਆਊਗਾ। ਇਹ ਕਿੱਥੇ ਆਖਿਆ, ਕਿਹਨੇ ਆਖਿਆ ਸੀ? ਮਰੇ ਮਗਰੋਂ ਜਦੋਂ ਹਰ ਚੀਜ਼ ਉਸੇ ਵੇਲੇ ਫਾਇਦਾ ਦਿੰਦੀ ਹੈ ਤੇ ਅੰਮ੍ਰਿਤ ਤੁਹਾਡਾ ਕਦੋਂ ਦੇਊਗਾ ਫਾਇਦਾ? ਤਾਂ ਗੁਰੂਆਂ ਨੇ ਇਹਨਾਂ ਤੇ ਅੰਕਸ ਲਾਤਾ ਵੀ ਇਹਨਾਂ ਦੇ ਅੰਮ੍ਰਿਤ ਚ ਕੁਛ ਨਹੀਂਗਾ। ਕਿਉਂ? ਆਪਣੀ ਪਾਵਰ ਜਗਾਉਣੀ ਪੈਂਦੀ ਛਕਾਉਣ ਵਾਲੇ ਨੂੰ। ਪਹਿਲਾਂ ਆਪਣੇ ਚ ਪਾਵਰ ਬਤਾਓ ਕੀ ਹੈ। ਲੜਨ ਤੋਂ ਸਿਵਾਇਆ ਕੀ ਪਾਵਰ ਹੈ? ਲੜ ਤਾਂ ਪਸ਼ੂ ਹੀ। ਸਵਾਮੀ ਜੀ ਨੇ ਆਖਿਆ ਜੇ ਬੰਦਾ ਲੜਾਈਆਂ ਕਰਨ ਲਈ ਪੈਦਾ ਹੋਇਆ ਹੁੰਦਾ ਨਾ ਤਾਂ ਲੜਾਈ ਕਰਨ ਲਈ ਤਾਂ ਸ਼ੇਰ ਦਾ ਇਕੱਲੇ ਦਾ ਪੰਜਾ ਹੀ ਵਾਧੂ ਹੈ। ਸਭ ਨੂੰ ਮਾਰ ਮਾਰ ਸਿੱਟੀ ਜਾਂਦਾ ਹੈ। ਇਸ ਮਨੁੱਖਾ ਸਰੀਰ ਲੜਾਈਆਂ ਕਰਨ ਲਈ ਨਹੀਂ ਹੋਇਆ, ਇਹ ਲੜਾਈਆਂ ਮਿਟਾਉਣ ਲਈ ਹੋਇਆ। ਤਾਂ ਫਿਰ ਇਹ ਹੈ ਵੀ ਅੰਮ੍ਰਿਤ ਹੈ ਛਕੋ। ਕਿਉਂ ਨਹੀਂ ਛਕਣਾ? ਪਰ ਨਵਿਆਂ ਨੂੰ ਰੀਸ ਪਾਉਣ ਲਈ ਕੋਈ ਉਪਲਬਧੀ ਬਤਾਓ ਤਾਂ ਕਿ ਹੋਰ ਭੈਣ ਭਰਾ ਵੀ ਆਖਣ ਵੀ ਮੈਂ ਅਮਰ ਹੋ ਗਿਆ। ਵੀ ਮੇਰਾ ਜੀ ਕੋਈ ਅੰਮ੍ਰਿਤਧਾਰੀ ਬੋਲਦਾ ਕਿ ਮੇਰਾ ਇਦੋਂਗਾ ਨਾ ਜਨਮ ਹੈ ਨਾ ਮਰਨ ਹੈ। ਤੇ ਜਦੋਂ ਧਰਮ ਰਾਏ ਦਰ ਕਾਗਦ ਫਾੜੇ, ਜਨ ਨਾਨਕ ਲੇਖਾ ਸਮਝਾ ਤੇਰੇ ਕਾਗਦ ਪਾੜੇ ਆ ਕਿ ਨਹੀਂ? ਪੁੰਨਾ ਪਾਪਾਂ ਦੇ ਜਨਮਾਂ ਜਮਾਤਰਾਂ ਤੋਂ ਤੂੰ ਮੰਨਦਾ ਹੈ ਵੀ ਮੇਰੇ ਜੁਮੇ ਜੀ ਪਏ। ਤੇ ਗੁਰੂਆਂ ਨੇ ਆਖਿਆ ਕਿ ਧਰਮ ਰਾਏ ਦਰ ਕਾਗਦ ਫਾੜੇ, ਜਨ ਨਾਨਕ ਲੇਖਾ ਸਮਝਾ। ਤੂੰ ਤਾਂ ਗਾਤਰਾ ਵਿਖਾਉਣਾ ਜਿਸ ਕਿਸੇ ਨੂੰ, ਤੇਰਾ ਤਾਂ ਸਮਝਿਆ ਗਿਆ ਹੋਣਾ ਚਾਹੀਦਾ। ਤੈਨੂੰ ਗਾਂ ਸਰੀਰ ਛੱਡ ਕੇ ਕਿਤੇ ਜਾਣਾ ਪਊਗਾ ਕਿ ਨਹੀਂ ਇਹ ਬਤਾ। ਸਧਾਰਨ ਲੋਕ ਵਿਚਾਰੇ ਕੀ ਜਾਣਦੇ ਆ? ਨਾ ਤਾਂ ਨਾਮ ਦਾਮ ਜਾਣ ਵਾਲੇ ਜਾਣਦੇ ਆ, ਨਾ ਅੰਮ੍ਰਿਤ ਛਕੇ ਵਾਲੇ ਜਾਣਦੇ। ਵੀ ਕਿਉਂ? ਜਦੋਂ ਤੇਰੇ ਲਖੇ ਜਨ ਨਾਨਕ ਲੇਖਾ ਸਮਝਾ, ਧਰਮ ਰਾਏ ਦਰ ਕਾਗਦ ਫਾੜੇ ਫੜ ਕੇ, ਤਾਂ ਤੇਰਾ ਬਾਕੀ ਲੇਖਾ ਰਿਹਾ ਹੀ ਨਹੀਂ। ਤੇ ਤੂੰ ਫਿਰ ਛੁੱਟਣ ਵਾਸਤੇ ਹੁਣ ਕੀ ਕਰਨਾ ਕਰੇਗਾ? ਸਤਨਾਮ ਸਤਨਾਮ ਮਾਲਾ ਫੇਰਦਾ, ਕਦੇ 5 ਬਾਣੀਆਂ ਪੜ੍ਹਦਾ ਤੇ ਕਦੇ ਕੁਛ ਕਰਦਾ। ਤੈਨੂੰ ਪਤਾ ਨਹੀਂ ਲੱਗਿਆ ਵੀ ਬਾਣੀ ਨੇ ਆਖਿਆ ਸੀਗਾ ਵੀ ਧਰਮ ਰਾਏ ਦਰ ਕਾਗਦ ਫਾੜੇ। ਤੇਰੇ ਤਾਂ ਪਾਟ ਗਏ ਆ, ਤੈਨੂੰ ਇਹ ਪਤਾ ਲੱਗਿਆ ਤੇਰੇ ਪਾਟੇ ਆ ਕਿ ਨਹੀਂ? ਫੇਰ ਪਾਟਣ ਦਾ ਇੰਤਜ਼ਾਮ ਕਿਉਂ ਕਰਦਾ? ਜਿਹੜੇ ਸੰਤ ਹੈ ਉਹ ਵੀ ਮਿਣ ਕਰੀ ਜਾਂਦੇ ਆ ਡਰਦੇ ਮਰਨ ਤੋਂ। ਜਿਹੜੇ ਚੇਲੇ ਆ ਉਹ ਵੀ ਮਿਣ ਕਰੀ ਜਾਂਦੇ ਆ ਤੇ ਲੋਕਾਂ ਦੇ ਜਨਮ ਮਰਨ ਤੋੜਦੇ ਆ। ਸਾਧ ਸੰਗਤ ਜੀ, ਨਾ ਕਹੀਂ ਜਨਮ ਹੈ ਨਾ ਕਹੀਂ ਮਰਨ ਹੈ, ਤੇ ਮਗਰਲੇ ਪਾਸੇ ਬੰਦੂਕਾਂ ਵਾਲੇ ਤੇ ਤਲਵਾਰਾਂ ਵਾਲੇ ਖੜਿਆਏ ਆ ਡਰਦਿਆਂ ਨੇ। ਤੁਹਾਨੂੰ ਆਦੇ ਜਨਮ ਮਰਨ ਨੇ ਤੇ ਆਪ ਡਰਦਿਆਂ ਮਗਰ ਬੰਦੂਕਾਂ ਤਲਵਾਰਾਂ ਵਾਲੇ ਖੜਿਆਏ ਆ। ਉਹ ਭਲੇ ਲੋਕੋ, ਉਸ ਅਵਸਥਾ ਨੂੰ ਪ੍ਰਾਪਤ ਹੋ ਜਿੱਥੇ ਨਾ ਜਨਮ ਹੈ ਨਾ ਮਰਨ ਹੈ। ਤੁਸੀਂ ਬੈਠੇ ਮ੍ਰਿਤੂ ਦੇ ਕੰਢੇ ਤੇ ਘਾਟ ਤੇ ਗੱਲਾਂ ਅੰਮ੍ਰਿਤ ਦੀਆਂ ਕਰਦੇ ਆ। ਬੈਠੇ ਕਾਦੇ ਤੇ ਆ? ਦੇਹ ਤੇ। ਜਿਵੇਂ ਘੁਮਿਆਰ ਨੇ ਮਿੱਟੀ ਦੇ ਥੋਬਾ ਲੈ ਕੇ ਕੁੰਭ ਬਣਾਤਾ, ਚੱਪਣ ਬਣਾਤਾ, ਬਠਲੀ ਬਣਾਤੀ ਤੇ ਇਸੇ ਮਿੱਟੀ ਚੋਂ ਠੋਡਾ ਬਣ ਗਿਆ। ਇਹ ਸਰੀਰ ਤੇ ਬਹਿ ਕੇ ਅੰਮ੍ਰਿਤ ਦੀਆਂ ਗੱਲਾਂ ਕਰਦੇ। ਕਿੱਡਾ ਲੋਕਾਂ ਨੂੰ ਭੁਲੇਖਾ ਪਾਏ ਨੇ, ਖੁਦ ਭੁਲੇਖੇ ਚ। ਅੰਮ੍ਰਿਤ ਸਰੂਪ ਮੈਂ ਤਿਰਪਤ ਹੋ, ਵਿਸ਼ਵ ਤੈਜ ਸੋ ਪ੍ਰਾਗ ਔਰ ਵਿਰਾਟ ਜੋਈ, ਹਿਰਨ ਗਰਭ ਈਸ਼ਵਰ ਸਭ ਮਿਰਗਵਾਰਾ।